ਨੂੰ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 16 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ USA ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕਿਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਛਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਲੈਬਨਾਨ ਤੇ ਇਜ਼ਰਾਈਲ ਦੇ ਵਿੱਚ ਜਿਹੜਾ ਆ ਸੀਜ਼ ਫਾਇਰ 10 ਦਿਨਾਂ ਦਾ ਹੋ ਗਿਆ ਆ ਤੇ ਲੈਬਨਾਨ ਦੇ ਵਿੱਚ ਲੋਕ ਖੁਸ਼ੀ ਮਨਾ ਰਹੇ ਆ, ਭੰਗੜੇ ਪਾ ਰਹੇ ਹੈਗੇ ਆ। US ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਫਿਰ ਕਿਹਾ ਆ ਕਿ ਇਰਾਨ ਦੇ ਵਿੱਚ ਜਿਹੜੀ ਜੰਗ ਆ ਬੜੀ ਛੇਤੀ ਖਤਮ ਹੋਣ ਜਾ ਰਹੀ ਆ, ਵੈਰੀ ਕਲੋਜ਼। ਇਹ ਉਹਨਾਂ ਨੇ ਕਿਹਾ ਆ ਵੀ ਅੱਜ ਉਹ ਇੱਕ ਜਿਹੜਾ ਨਵਾਡਾ ਦੇ ਵਿੱਚ ਭਾਸ਼ਣ ਦੇ ਰਿਹਾ ਸੀ, ਉੱਥੇ ਉਹਨਾਂ ਨੇ ਦੱਸਿਆ ਤੇ ਕਹਿੰਦੇ ਵੀ ਤਹਿਰਾਨ ਦੇ ਨਾਲ ਜਿਹੜੀ ਗੱਲਬਾਤ ਆ ਪਾਕਿਸਤਾਨ ਦੀ ਕੈਪੀਟਲ ਇਸਲਾਮਾਬਾਦ ਦੇ ਵਿੱਚ ਇਸ ਵੀਕਐਂਡ ਫੇਰ ਸ਼ੁਰੂ ਹੋਣ ਜਾ ਰਹੀ ਆ। ਇੱਕ ਕੁਐਸਚਨ ਦੇ ਆਨਸਰ ਵਿੱਚ ਉਹਨਾਂ ਨੇ ਦੱਸਿਆ ਵੀ ਹੋ ਸਕਦਾ ਮੈਂ ਵੀ ਇਸਲਾਮਾਬਾਦ ਜਾਵਾਂ। ਸੋ US ਦੀਆਂ ਫੋਰਸਿਸ ਪੂਰੀ ਤਰ੍ਹਾਂ ਕਹਿੰਦੇ ਲੌਕ ਤੇ ਲੋਡਡ ਆ। ਜਿਹੜੇ ਹੈਕਸਤ ਆ ਉਹ ਕਹਿ ਰਹੇ ਆ। ਹੁਣ ਇੱਕ ਪਾਸੇ ਟਰੰਪ ਹੁਣੀ ਇਹ ਕਹਿ ਰਹੇ ਆ ਵੀ ਡੀਲ ਇਰਾਨ ਦੇ ਨਾਲ ਆਲਮੋਸਟ ਕਲੋਜ਼ ਆ ਤੇ ਹੈਕਸਤ ਹੁਣੀ ਇਹ ਕਹਿ ਰਹੇ ਆ ਵੀ ਸਾਡੇ ਜਿਹੜੀਆਂ ਫੋਰਸਿਸ ਆ ਉਹ ਲੌਕ ਤੇ ਲੋਡਡ ਹੈਗੀਆਂ ਆ ਜੇ ਇਨ ਕੇਸ ਡੀਲ ਨਹੀਂ ਹੁੰਦੀ ਹੈਗੀ। ਜੀ ਬਿਲਕੁਲ। ਸੋ ਇਹਨਾਂ ਦਾ ਜਿਹੜਾ 21 ਅਪ੍ਰੈਲ ਤੱਕ ਹਰਜੋਤ ਸਿੰਘ ਜੀ ਸੀਜ਼ ਫਾਇਰ ਇਰਾਨ ਦੇ ਨਾਲ ਚੱਲ ਰਿਹਾ ਆ ਤੇ ਹੁਣ ਦੇਖਦੇ ਹਾਂ ਵੀ ਉਦੋਂ ਤੱਕ ਕੋਈ ਡੀਲ ਬਣ ਜਾਂਦੀ ਆ ਜਾਂ ਨਹੀਂ। ਕਹਿੰਦੇ ਵੀ ਦੋਹਰੇ ਯੂਜ਼ ਦਾ ਇਨਫਰਾਸਟਰਕਚਰ, ਕਹਿੰਦੇ ਉਸ ਦੇ ਉੱਤੇ ਜਿਹੜੀ ਡੀਲ ਆ ਉਹ ਚੱਲ ਰਹੀ ਆ ਇਰਾਨ ਨੂੰ ਜਿਹੜਾ ਉਹ ਲੈ ਕੇ। ਇਹਦੇ ਨਾਲ ਕਹਿੰਦੇ ਵੀ ਜਿਹੜੀ ਪਾਵਰ ਜਨਰੇਸ਼ਨ ਆ, ਐਨਰਜੀ ਇੰਡਸਟਰੀ ਆ, ਉਸ ਨੂੰ ਲੈ ਕੇ ਜਿਹੜਾ ਉਹ ਗੱਲਬਾਤ ਵੀ ਹੋਈ ਹੈਗੀ ਆ, ਕਿਉਂਕਿ ਟਰੰਪ ਹੋਣਾ ਨੇ ਈਸਟਰ ਵਾਲੇ ਦਿਨ ਇਰਾਨ ਨੂੰ ਸਿੱਧੀ ਜਿਹੜੀ ਉਹ ਇਸ ਤਰੀਕੇ ਦੀ ਧਮਕੀ ਜਿਹੜੀ ਦਿੱਤੀ ਸੀਗੀ। ਹੈਕਸਤ ਹੋਣਾ ਨੇ ਜਿਹੜਾ ਦੱਸਿਆ ਵੀ USA ਦਾ ਜਿਹੜਾ ਨੇਵਲ ਬਲੌਕੇਡ ਹੈਗਾ ਇਰਾਨੀਅਨ ਪੋਰਟਸ ਦਾ, ਉਹ ਕਹਿੰਦੇ ਵੀ ਸਾਡਾ ਐਗਜ਼ਾਮਪਲ ਆ ਇੱਕ ਪੋਲਾਈਟ ਬਿਹੇਵੀਅਰ ਦਾ। ਕਹਿੰਦੇ ਵੀ ਇੱਕ ਵੀ ਗੋਲੀ ਚਲਾਏ ਬਗੈਰ ਹੁਣ ਤੱਕ 10 ਤੋਂ ਵੱਧ ਜਿਹੜੇ ਸ਼ਿਪਸ ਆ ਉਹਨਾਂ ਨੂੰ ਡੱਕਿਆ ਹੈਗਾ ਆ US ਦੀ ਜਿਹੜੀ ਨੇਵੀ ਦੇ ਦੁਆਰਾ, ਵੀ ਨਾ ਉਹ ਇਰਾਨ ਦੇ ਪੋਰਟ ਤੱਕ ਆ ਸਕਣ ਤੇ ਨਾ ਉੱਥੋਂ ਜਿਹੜਾ ਉਹ ਜਾ ਸਕਣ। ਕਿਉਂਕਿ ਜਿਹੜਾ ਦੇਖਿਆ ਗਿਆ ਵੀ ਇਸ ਲੜਾਈ ਦੇ ਦੌਰਾਨ ਜਿੱਥੇ ਸਟ੍ਰੇਟ ਆਫ ਹਾਰਮਜ਼ ਨੂੰ ਇਰਾਨ ਨੇ ਬੰਦ ਕੀਤਾ ਸੀਗਾ, ਉੱਥੇ ਹੁਣ ਇਰਾਨੀਅਨ ਪੋਰਟਸ ਤੱਕ ਕੋਈ ਵੀ ਕਰੂਡ ਆਇਲ ਵਾਲਾ ਜਿਹੜਾ ਟੈਂਕਰ ਆ ਉਹ ਨਹੀਂ ਜਾ ਸਕਣ ਕਰਕੇ ਹੁਣ ਇਰਾਨ ਨੂੰ ਵੀ ਇਸ ਦਾ ਕਹਿ ਲਓ ਵੀ ਨੁਕਸਾਨ ਜਿਹੜਾ ਹੋ ਰਿਹਾ, ਕਿਉਂਕਿ ਇਹਨਾਂ ਨੇ 1 ਮਹੀਨੇ ਦੇ ਵਿੱਚ ਤਕਰੀਬਨ $5 ਬਿਲੀਅਨ ਦੀ ਕਮਾਈ ਤੇਲ ਵੇਚ ਕੇ ਇਰਾਨ ਨੇ ਜਿਹੜੀ ਉਹ ਕਰ ਲਈ ਸੀਗੀ। ਸੋ ਟਰੰਪ ਹੁਣ ਇਸਲਾਮਾਬਾਦ ਜਾਂਦੇ ਨੇ ਜਾਂ ਨਹੀਂ ਜਾਂਦੇ, ਇਹ ਦੇਖਣ ਵਾਲੀ ਗੱਲ ਹੋਊਗੀ। ਮੇਰੇ ਹਿਸਾਬ ਦੇ ਨਾਲ ਜਾਣਾ ਉਹਨਾਂ ਦਾ ਫਾਇਦੇਮੰਦ ਹੋਊਗਾ ਜੇ ਇਰਾਨ ਦੇ ਨਾਲ ਸਿੱਧੀ ਗੱਲਬਾਤ ਕਰਦੇ। ਕਾਰਨ ਉਹਦੇ ਵਿੱਚ ਇਹ ਆ, ਪਿਛਲੀ ਇਹਦੀ ਜਿਹੜੇ JD ਵੈਂਸ ਆ ਉਹਨਾਂ ਨੂੰ ਤਾਂ ਸਿੱਧੀ ਕਾਲ ਆ ਗਈ ਸੀ ਕਿ ਨੇਤਨਿਆਹੂ ਦੀ, ਤੇ ਉਸ ਤੋਂ ਬਾਅਦ ਦੇ ਵਿੱਚ ਪਾਸਾ ਹੀ ਪਲਟ ਗਿਆ ਗੱਲਬਾਤ ਦਾ। ਤੇ ਟਰੰਪ ਹੁਣਾਂ ਨੂੰ ਸਿੱਧੀ ਕਾਲ ਕਰ ਸਕਣਗੇ ਜਾਂ ਨਹੀਂ ਕਰ ਸਕਣਗੇ, ਜਾਂ ਜੇ ਉਹ ਡੀਲ ਬਣਾਉਣ ਦੇ ਲਾਗੇ ਹੋਏ ਤਾਂ ਉਹ ਔਖਾ ਆ। ਇਜ਼ਰਾਈਲ ਨਹੀਂ ਚਾਹ ਰਿਹਾ, ਅੰਦਰ ਖਾਤੇ ਇਜ਼ਰਾਈਲ ਨਹੀਂ ਚਾਹੁੰਦਾ ਵੀ ਕਿਸੇ ਤਰੀਕੇ ਦੀ ਅਮਰੀਕਾ ਦੀ ਟਰੰਪ ਦੀ ਜਿਹੜੀ ਡੀਲ ਆ ਉਹ ਇਰਾਨ ਦੇ ਨਾਲ ਜਿਹੜੀ ਉਹ ਬਣੇ, ਕਿਉਂਕਿ ਪਹਿਲਾਂ ਵੀ ਡੀਲ ਜਿਹੜੀ ਇਹਨਾਂ ਦੀ ਬਣੀ ਸੀਗੀ ਤੇ ਇਜ਼ਰਾਈਲ ਹੀ ਉਸ ਡੀਲ ਦੇ ਉੱਤੇ ਭਾਨੀ ਮਾਰਨ ਦੀ ਜਿਹੜੀ ਉਹਨਾਂ ਦੀ ਕੋਸ਼ਿਸ਼ ਜਿਹੜੀ ਉਹ ਸੀਗੀ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਉੱਥੇ ਬਣੀ ਪਈ ਆ। ਸੋ ਦੇਖਦੇ ਆ ਵੀ ਅਸਲ 'ਚ ਜਿਹੜੇ ਟਰੰਪ ਹੋਣਾ ਨੇ ਗੱਲ ਆਖੀ ਆ ਐਂਡਿੰਗ ਪ੍ਰੈਟੀ ਸੂਨ। ਉੱਦਾਂ ਇਹ ਬਿਆਨ ਟਰੰਪ ਹੋਣਾ ਨੇ ਅੱਜ ਤੋਂ ਕੁਝ ਵੀਕ ਪਹਿਲਾਂ ਵੀ ਆਖਿਆ ਸੀਗਾ, ਦਿੱਤਾ ਸੀਗਾ, ਤੇ ਅਜੇ ਤੱਕ ਜਿਹੜਾ ਉਹ ਦੇਖਦੇ ਆ ਕੀ ਬਣਦਾ ਆ। ਉਧਰ ਇਜ਼ਰਾਈਲ ਤੇ ਜਿਹੜੇ ਲੈਬਨਾਨ ਦੀ ਸੀਜ਼ ਫਾਇਰ ਦੇ ਵਿੱਚ ਜਿੱਦਾਂ ਦੱਸਿਆ ਵੀ ਭੰਗੜੇ ਪੈ ਰਹੇ। ਇਜ਼ਰਾਈਲ ਦਾ ਬਿਆਨ ਇਹ ਆਇਆ ਆ ਵੀ ਜੇ ਸਾਨੂੰ ਕਿਸੇ ਵੀ ਟਾਈਮ ਏਦਾਂ ਲੱਗਾ ਵੀ ਸਾਡੇ ਲਈ ਖਤਰਾ ਆ ਤਾਂ ਅਸੀਂ ਮੁੜ ਦੁਬਾਰਾ ਹਮਲਾ ਜਿਹੜਾ ਆ ਉਹ ਕਰ ਸਕਦੇ ਹੈਗੇ ਆ। ਹਿਜ਼ਬੁੱਲਾ ਨੇ ਜਿਹੜਾ ਦੱਸਿਆ ਵੀ ਪਿਛਲੇ 24 ਘੰਟਿਆਂ ਦੇ ਵਿੱਚ 75 ਹਮਲੇ ਉਹਨਾਂ ਨੇ ਇਜ਼ਰਾਈਲੀ ਫੋਰਸਿਸ ਦੇ ਉੱਤੇ ਕੀਤੇ ਜਿਹੜੇ ਉਹ ਹੈਗੇ ਆ। ਸੋ ਹੁਣ 10 ਦਿਨਾਂ ਦੀ ਇਹਨਾਂ ਦੀ ਜਿਹੜੀ ਸੀਜ਼ ਫਾਇਰ ਆ ਉਹ ਅੱਜ ਐਲਾਨੀ ਗਈ ਆ, ਜੋ ਕਿ ਹੁਣ ਤੋਂ ਕੁਝ ਘੰਟੇ ਪਹਿਲਾਂ ਜਿਹੜੀ ਉਹ ਸਟਾਰਟ ਹੋ ਚੁੱਕੀ ਆ। ਲੈਬਨਾਨ ਦੀ ਆਰਮੀ ਇਹ ਰਿਪੋਰਟ ਕਰ ਰਹੀ ਆ
ਇਜ਼ਰਾਈਲ ਦੇ ਦੁਆਰਾ ਜਿਹੜੀਆਂ ਸੀਜ਼ ਫਾਇਰ ਆ ਉਸ ਦੀ ਵਾਇਲੇਸ਼ਨ ਕੀਤੀ ਗਈ ਹੈਗੀ ਆ। ਅਮਰੀਕਨਸ ਜਿਹੜੇ ਆ ਉਹ $8 ਬਿਲੀਅਨ ਐਕਸਟਰਾ ਗੈਸ ਦੇ ਉੱਤੇ ਸਪੈਂਡ ਕਰ ਚੁੱਕੇ ਆ ਜਦੋਂ ਦਾ ਇਰਾਨ ਵਾਰ ਹੋਇਆ। ਸੋ ਆਮ ਬੰਦੇ ਦੇ ਉੱਤੇ ਜਿਹੜਾ ਗੈਸ ਦਾ ਆ ਤੁਸੀਂ ਦੇਖ ਲਓ ਵੀ ਕੀ ਅਸਰ ਹੋਇਆ ਹੈਗਾ। ਕੈਲੀਫੋਰਨੀਆ ਦੇ ਜਿਹੜੇ ਗੈਸੋਲੀਨ ਸਟਾਕਸ ਆ ਉਹ ਕਹਿੰਦੇ ਰੈਕਡ ਲੋ ਲੈਵਲ ਦੇ ਉੱਤੇ ਚਲੇ ਗਏ ਆ ਜਦੋਂ ਦੀ ਹਾਰਮਜ਼ ਡਿਸਰਪਸ਼ਨ ਸ਼ੁਰੂ ਹੋਈ ਆ। ਹਾਲਾਂਕਿ ਕੈਲੀਫੋਰਨੀਆ 'ਚ ਕਹਿੰਦੇ ਉਹਦਾ ਅਸਰ ਹੋਣਾ ਸ਼ੁਰੂ ਨਹੀਂ ਹੋਇਆ ਹੈਗਾ। ਕੈਲੀਫੋਰਨੀਆ ਦੀਆਂ ਗੈਸੋਲੀਨ ਇਨਵੈਂਟੋਰੀਜ਼ ਕਹਿੰਦੇ ਰੈਕਡ ਲੋ ਲੈਵਲ ਦੇ ਉੱਤੇ ਹੈਗੀਆਂ ਆ ਤੇ ਕੈਲੀਫੋਰਨੀਆ 'ਚ ਗੈਸ ਦੀਆਂ ਪ੍ਰਾਈਸਿਸ ਉਹ ਵੀ ਹਾਈਐਸਟ ਲੈਵਲ ਇਸ ਵੇਲੇ ਚੱਲ ਰਹੀਆਂ ਹੈਗੀਆਂ। $5 ਤੇ 86 ਸੈਂਟ ਐਵਰੇਜ ਜਿਹੜੀ ਗੈਸ ਦੀ ਪ੍ਰਾਈਸ ਆ ਕੈਲੀਫੋਰਨੀਆ 'ਚ। USA ਦੇ ਵਿੱਚ ਜਿਹੜੀ ਕਿ $4 9 ਸੈਂਟ ਦੇ ਕਰੀਬ ਆ। ਕੈਲੀਫੋਰਨੀਆ ਜਿਹੜਾ ਆ ਮੋਸਟਲੀ ਜਿਹੜਾ ਰਿਫਾਈਨਡ ਪ੍ਰੋਡਕਟ ਕੈਲੀਫੋਰਨੀਆ 'ਚ ਆਉਂਦਾ ਉਹ ਏਸ਼ੀਆ ਤੋਂ ਆਉਂਦਾ ਹੈਗਾ ਆ। ਕਹਿੰਦੇ ਆਉਣ ਵਾਲੇ ਦਿਨਾਂ 'ਚ ਇਹ ਹੋਰ ਵੀ ਜਿਹੜਾ ਇਹਦਾ ਅਸਰ ਪੈਣਾ ਆ ਕਿਉਂਕਿ ਕੈਲੀਫੋਰਨੀਆ ਪਹਿਲੀ ਸਟੇਟ ਆ ਜਿਹਦੇ ਉੱਤੇ ਅਸਰ ਪੈਣਾ ਸ਼ੁਰੂ ਹੋਊਗਾ ਜੋ ਸਟੇਟ ਆਫ ਹਾਰਮਜ਼ ਨੂੰ ਕਲੋਜ਼ ਕੀਤਾ ਗਿਆ ਹੈਗਾ ਆ। ਕਿਉਂਕਿ 5th ਲਾਰਜੈਸਟ ਉਹ ਹੈਗਾ ਜਿੱਥੋਂ ਵਰਲਡ ਦਾ ਜਿਹੜਾ ਤੇਲ ਆ ਉੱਥੋਂ ਲੰਘਦਾ ਹੈਗਾ। ਐਨਰਜੀ ਕਮਿਸ਼ਨ ਕਹਿੰਦੇ ਵੀ ਹੋਰ ਸਟੇਟਾਂ ਦੇ ਨਾਲ ਕਲੋਜ਼ ਕਮਿਊਨੀਕੇਸ਼ਨ ਦੇ ਵਿੱਚ ਹੈਗਾ ਆ ਵੀ ਕੈਲੀਫੋਰਨੀਆ ਨੂੰ ਜਿਹੜੀ ਆ ਗੈਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ। ਸਟੇਟ ਵਾਈਡ ਜਿਹੜੇ ਗੈਸੋਲੀਨ ਦੇ ਸਟਾਕਸ ਆ ਉਹ 9.4 ਮਿਲੀਅਨ ਬੈਰਲਸ ਜਿਹੜੇ ਆ ਉਹ ਰਹਿ ਗਏ ਹੈਗੇ ਆ ਜੋ ਕਿ 4 ਹਫ਼ਤੇ ਪਹਿਲਾਂ ਕਿਤੇ ਹਾਈ ਸੀਗੇ। ਕਹਿੰਦੇ ਵੀ 2005 ਦੇ ਵਿੱਚ ਇੰਨਾ ਜਿਹੜਾ ਅਮਾਉਂਟ ਸੀਗਾ ਸੇਵਡ ਕੈਲੀਫੋਰਨੀਆ ਕੋ ਇੰਨੇ ਸਾਲਾਂ ਬਾਅਦ 21 ਸਾਲਾਂ ਬਾਅਦ ਇਹ ਜਿਹੜੀ ਸਿਚੁਏਸ਼ਨ ਬਣੀ ਹੈਗੀ ਆ। 26% ਗੈਸ ਦੀਆਂ ਪ੍ਰਾਈਸਿਸ ਚੜ ਗਈਆਂ ਆ ਜਦੋਂ ਤੋਂ ਇਰਾਨ ਦੀ ਜੰਗ ਲੱਗੀ ਹੋਈ ਹੈਗੀ ਆ। ਇਨਵੈਂਟੋਰੀ ਜਿਹੜੀ ਆ ਪੂਰੀ ਤਰ੍ਹਾਂ ਘਟੀ ਹੋਈ ਹੈਗੀ ਆ। ਸੋ ਕੈਲੀਫੋਰਨੀਆ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਇਹਦਾ ਜਿਹੜਾ ਹੋਰ ਬੁਰਾ ਅਸਰ ਤੁਸੀਂ ਆਮ ਦੇਖੋਗੇ। ਜੀ ਅਗਲੀ ਜਿਹੜੀ ਹਜ਼ਰਤ ਸਿੰਘ ਦੀ ਗੱਲ ਕਰਦੇ ਜਾਈਏ ਮਿਨੀਐਪਲਸ ਦੀ ਜਿਹੜੀ ਇੱਕ ਕਾਉਂਟੀ ਆ ਹੈਨਿਪਨ ਕਾਉਂਟੀ ਉੱਥੋਂ ਦੀ ਜਿਹੜੇ ਅਟਰਨੀ ਨੇ ਕਾਉਂਟੀ ਦੇ ਅਟਰਨੀ ਮੈਰੀ ਮੋਰਿਆਰਟੀ ਉਹਨਾਂ ਨੇ ਅੱਜ ਇਹ ਅਨਾਉਂਸ ਕੀਤਾ ਵੀ ਆਈਸ ਦੇ ਜਿਹੜੇ ਏਜੰਟਸ ਆ ਉਹਨਾਂ ਦੇ ਖਿਲਾਫ ਚਾਰजेस ਲਗਾਏ ਗਏ ਹੈਗੇ ਆ। ਕਹਿੰਦੇ ਵੀ ਅਸੌਲਟ ਦੇ ਚਾਰजेस ਆਈਸ ਦੇ ਏਜੰਟ ਦੇ ਉਲਟ ਲਾਏ ਗਏ ਆ ਕਿਉਂਕਿ ਆਈਸ ਦੇ ਏਜੰਟ ਦੇ ਦੁਆਰਾ ਗਨ ਜਿਹੜੀ ਆ ਉਹ ਲੋਕਾਂ ਦੇ ਵੱਲ ਕਹਿੰਦੇ ਇਹਨਾਂ ਦੇ ਕਹਿਣ ਮੁਤਾਬਕ ਵੀ ਬਗੈਰ ਮਤਲਬ ਤੋਂ ਪੁਆਇੰਟ ਕੀਤੀ ਗਈ ਸੀਗੀ। ਮਿਨੀਐਪਲਸ ਦੇ ਇਨਸੀਡੈਂਟ ਦੇ ਵਿੱਚ ਕਹਿੰਦੇ ਵੀ ਬਾਕੀ ਗੱਡੀਆਂ ਦੇ ਜਿਹੜੇ ਆਕੂਪੈਂਟ ਆ ਜੋ ਬੈਠੇ ਸੀਗੇ ਉਹ ਕਹਿੰਦੇ ਵੀ ਏਜੰਟ ਕ੍ਰੇਜ਼ੀ ਐਕਟ ਕਰ ਰਿਹਾ ਸੀ ਲਾਈਕ ਅ ਕ੍ਰੇਜ਼ੀ ਪਰਸਨ ਡਰਾਈਵਿੰਗ ਡਾਊਨ ਦਾ ਰੋਡ ਏਮਿੰਗ ਗਨਸ ਐਟ ਪੀਪਲ। ਕਹਿੰਦੇ ਵੀ ਇਹ ਲੋਕਾਂ ਨੇ ਇਨਵੈਸਟੀਗੇਟਰਸ ਨੂੰ ਉਸ ਦੇ ਵਿੱਚ ਦੱਸਿਆ ਹੈਗਾ ਆ। ਸੋ ਹੁਣ ਕਹਿੰਦੇ ਵੀ 2 ਕਾਊਂਟ ਸੈਕੰਡ ਡਿਗਰੀ ਅਸੌਲਟ ਦੇ ਇਸ ਦੇ ਉੱਤੇ ਇਸ ਆਈਸ ਦੇ ਏਜੰਟ ਦੇ ਦੁਆਰਾ ਲਗਾਏ ਗਏ ਹੈਗੇ ਆ। 5 ਫਰਵਰੀ ਨੂੰ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਹੋਣਾ ਦਾ ਕਾਫੀ ਅਗਰੈਸਿਵ ਇਮੀਗ੍ਰੇਸ਼ਨ ਐਨਫੋਰਸਮੈਂਟ ਐਫਰਟ ਟਵਿਨ ਸਿਟੀਜ਼ ਦੇ ਵਿੱਚ ਚੱਲ ਰਿਹਾ ਸੀਗਾ। ਆਈਸ ਦਾ ਏਜੰਟ ਜਿਸ ਦਾ ਨਾਮ ਗ੍ਰੈਗਰੀ ਡੋਨਲਡ ਮੋਰਗਨ ਜੂਨੀਅਰ ਦੱਸਿਆ ਗਿਆ ਆ। ਕਹਿੰਦੇ ਵੀ ਉਹ ਇਲੀਗਲੀ ਡਰਾਈਵ ਕਰ ਰਿਹਾ ਸੀਗਾ ਹਾਈਵੇ 62 ਦੇ ਸ਼ੋਲਡਰ ਦੇ ਉੱਤੇ ਬਾਈਪਾਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਟ੍ਰੈਫਿਕ ਨੂੰ। ਤਾਂ ਜੇ ਕਿਸੇ ਕੋਈ ਗੱਡੀ ਉਸ ਦੇ ਮੋਹਰੇ ਆ ਜਾਂਦੀ ਸੀ ਸਲੋ ਡਾਊਨ ਕਰਨ ਦੀ ਜਿਹੜੀ ਉਸਨੂੰ ਕੋਸ਼ਿਸ਼ ਦੇ ਵਿੱਚ ਤਾਂ ਕਹਿੰਦੇ ਵੀ ਉਹਦੇ ਦੁਆਰਾ ਜਿਹੜੀ ਗਨ ਆ ਉਹਨਾਂ ਦੇ ਵੱਲ ਪੁਆਇੰਟ ਕੀਤੀ ਜਿਹੜੀ ਉਹ ਗਈ ਸੀਗੀ। ਸੋ ਕਹਿੰਦੇ ਵੀ ਕੋਈ ਮਾਰਕਿੰਗ ਨਹੀਂ ਸੀ ਮੋਰਗਨ ਦੀ ਵਹੀਕਲ ਦੇ ਉੱਤੇ ਤੇ ਨਾ ਹੀ ਉਹ ਯੂਨੀਫਾਰਮ ਦੇ ਵਿੱਚ ਸੀਗਾ। ਲੋਕਾਂ ਨੂੰ ਕਿਸੇ ਨੂੰ ਨਹੀਂ ਸੀ ਪਤਾ ਵੀ ਇਹ ਫੈਡਰਲ ਏਜੰਟ ਆ। ਜਿਹੜੀ ਕੰਪਲੇਂਟ ਕੀਤੀ ਗਈ ਆ ਉਸ ਦੇ ਉਲਟ ਉੱਥੋਂ ਇਹ ਜਿਹੜਾ ਉਹ ਪਤਾ ਜਿਹੜਾ ਉਹ ਲੱਗਾ। ਸੋ ਲੋਕਾਂ ਨੂੰ ਲੱਗਾ ਵੀ ਕੋਈ ਕ੍ਰੇਜ਼ੀ ਪਰਸਨ ਆ ਤੇ ਲੋਕਾਂ ਨੂੰ ਬੰਦੂਕਾਂ ਜਿਹੜੀਆਂ ਉਹ ਦਿਖਾ ਰਿਹਾ ਡਰਾ ਰਿਹਾ ਆ। ਸੋ ਉਹਦੇ ਕਰਕੇ ਹੁਣ ਇਸ ਦੇ ਉੱਤੇ 2 ਜਿਹੜੇ ਸੈਕੰਡ ਡਿਗਰੀ ਅਸੌਲਟ ਦੇ ਜਿਹੜੇ ਚਾਰजेस ਆ 2 ਕਾਊਂਟ ਆ ਉਹ ਲਗਾਏ ਗਏ ਹੈਗੇ ਆ। ਸੋ ਇਹ ਹੁਣ ਤੱਕ ਜੇ ਦੇਖਿਆ ਜਾਵੇ ਤਾਂ ਵਨ ਆਫ ਦਾ ਫਰਸਟ ਹੈਗਾ ਹਰਜੋਤ ਸਿੰਘ ਜੀ ਵੀ ਇਸ ਤਰੀਕੇ ਦਾ ਕਿਸੇ ਕਾਉਂਟੀ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਦੇ ਦੁਆਰਾ ਚਾਰजेस ਲਾਏ ਗਏ ਆ। ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਕੋਈ ਹੋਰ ਕਾਉਂਟੀਜ਼ ਦੇ ਡਿਸਟ੍ਰਿਕਟ ਅਟਾਰਨੀ ਇਦਾਂ ਆਈਸ ਦੀ ਐਨਫੋਰਸਮੈਂਟ ਵਾਲੇ ਏਜੰਟਸ ਦੇ ਉਲਟ ਕੋਈ ਚਾਰजेस ਲਾਉਂਦੇ ਆ ਜਾਂ ਨਹੀਂ। ਉਹਨਾਂ ਨੇ ਇਹ ਵੀ ਦੱਸਿਆ ਕਹਿੰਦਾ ਵੀ ਉਹਨਾਂ ਦੇ ਆਫਿਸ ਦੇ ਦੁਆਰਾ 17 ਹੋਰ ਜਿਹੜੇ ਵੱਖਰੇ ਕੇਸ ਇਸੇ ਤਰੀਕੇ ਦੇ ਜਿਹੜੇ ਮਿਸਕੰਡਕਟ ਦੇ ਫੈਡਰਲ ਏਜੰਟਸ ਦੇ ਕ੍ਰੈਕਡਾਊਨ ਦੇ ਦੌਰਾਨ ਜਿਹੜੇ ਕੀਤੇ ਗਏ ਆ ਉਹਨਾਂ ਦੀ ਜਿਹੜੀ ਜਾਂਚ ਆ ਉਹ ਕੀਤੀ ਜਾ ਰਹੀ ਆ ਜਿਨ੍ਹਾਂ ਦੇ ਵਿੱਚ ਸਾਬਕਾ ਜਿਹੜੇ ਬਾਰਡਰ ਪੈਟਰੋਲ ਦੇ ਚੀਫ ਗ੍ਰੈਗਰੀ ਬਵੀਨੋ ਜਿਸਨੇ ਗੈਸ ਕੈਨਿਸਟਰ ਪ੍ਰੋਟੈਸਟਰਸ ਦੇ ਉੱਤੇ ਜਿਹੜਾ ਸੁੱਟਿਆ ਸੀ ਉਹਦੀ ਵੀ ਜਾਂਚ ਜਿਹੜੀ ਉਹ ਹੁਣ ਚੱਲ ਰਹੀ ਹੈਗੀ ਆ। ਸੋ
ਇਹ ਹੁਣ ਟਾਈਡ ਕੀ ਇਹਨਾਂ ਦੇ ਉਲਟ ਟਰਨ ਹੋ ਰਹੀ ਆ, ਇਹ ਇਹਨਾਂ ਕੇਸਾਂ ਦਾ ਕੀ ਨਤੀਜਾ ਆਊਗਾ, ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਇਨ ਵਨ ਆਫ ਇਟਸ ਫਰਸਟ, ਆਈਸ ਦੇ ਏਜੰਟ ਨੂੰ ਅਸੌਲਟ ਦੇ ਨਾਲ ਜਿਹੜਾ ਉਹ ਚਾਰਜ ਕੀਤਾ ਗਿਆ ਹੈਗਾ ਆ। ਵਾਈਸ ਪ੍ਰੈਜ਼ੀਡੈਂਟ ਜੇਡੀ ਵੈਂਸ ਹੁਣੀ ਇੱਕ ਟਰਨਿੰਗ ਪੁਆਇੰਟ ਯੂਐਸਏ ਈਵੈਂਟ ਦੇ ਉੱਤੇ ਜਾਰਜੀਆ ਦੇ ਵਿੱਚ ਬੋਲ ਰਹੇ ਸੀ, ਜਿੱਥੇ ਉਹਨਾਂ ਨੇ ਇਹ ਕਿਹਾ ਵੀ H1B ਵੀਜ਼ਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਅੰਡਰ ਬਹੁਤ ਡਰਾਸਟਿਕਲੀ ਰਿਡਿਊਸ ਕਰ ਦਿੱਤਾ ਗਿਆ ਹੈਗਾ। ਕਹਿੰਦੇ ਭਈ 90% ਡਾਊਨ ਹੈਗਾ ਆ H1B ਵੀਜ਼ਾ। ਪਰ ਕਹਿੰਦੇ ਵੀ ਜੋ ਕਾਂਗਰਸ ਦੇ ਵਿੱਚ ਸਾਡੇ ਕੋਲ ਹਜੇ ਇੰਨੇ ਲਾ ਮੇਕਰਸ ਨਹੀਂ ਜਿਹੜੇ ਪੂਰੀ ਤਰ੍ਹਾਂ H1B ਵੀਜ਼ੇ ਨੂੰ ਬੰਦ ਕਰ ਸਕਣ। ਕਹਿੰਦੇ ਵੀ H1B ਵੀਜ਼ੇ ਦੇ ਨਾਲ ਅਮਰੀਕਨ EMPLOYERS ਜਿਹੜੇ ਆ ਉਹ ਫੋਰਨ ਵਰਕਰਸ ਨੂੰ ਹਾਇਰ ਕਰਦੇ ਹੈਗੇ ਆ। ਤੇ ਨਾਲ ਦੀ ਨਾਲ ਉਹਨੇ ਇਹ ਕਿਹਾ ਵੀ ਅਮਰੀਕਾ ਦੇ ਵਿੱਚ ਮਿਲੀਅਨਸ ਆਫ ਲੋਕ ਆ ਰਹੇ ਸੀ ਜਿਹੜੇ ਝੂਠੇ ਅਸਾਈਲਮ ਦੇ ਕਲੇਮ ਫਾਈਲ ਕਰਦੇ ਸੀ। ਕਹਿੰਦੇ ਵੀ ਉਹ ਵੀ 95% ਅਸੀਂ ਡਾਊਨ ਕਰ ਦਿੱਤੇ ਆ। ਉਹ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਬਾਰਡਰ ਆ ਇਸ ਵੇਲੇ ਪੂਰਾ ਸੀਲ ਹੈਗਾ ਆ। ਤੇ ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦੇ ਭਈ ਲੀਗਲ ਇਮੀਗ੍ਰੇਸ਼ਨ ਨੂੰ ਵੀ ਜਿਹੜਾ ਆ ਕਈ ਜਗ੍ਹਾ ਜਿਹੜਾ ਐਕਸਪਲੋਇਟ ਕੀਤਾ ਜਾ ਰਿਹਾ, ਉਹਦੇ ਉੱਤੇ ਵੀ ਵਰਕਆਊਟ ਕਰ ਰਹੀ ਹੈਗੀ ਜੀ। CDC ਦੇ ਨਵੇਂ ਜਿਹੜੇ ਆ ਡਾਇਰੈਕਟਰ ਆ, ਉਹਨਾਂ ਨੂੰ ਨੋਮੀਨੇਟ ਕੀਤਾ ਗਿਆ ਆ ਅੱਜ ਰਾਸ਼ਟਰਪਤੀ ਟਰੰਪ ਦੇ ਦੁਆਰਾ। ਸਾਬਕਾ ਕੋਸਟ ਗਾਰਡ ਦੇ ਡਾਕਟਰ ਐਰਿਕਾ ਸ਼ਵਾਰਟਸ, ਉਹਨਾਂ ਨੂੰ ਟਰੰਪ ਹੁਣਾਂ ਨੇ ਅੱਜ ਨੋਮੀਨੇਟ ਕੀਤਾ ਆ। ਟਰੰਪ ਹੁਣਾਂ ਨੇ ਪੋਸਟ ਕੀਤਾ ਵੀ ਐਰਿਕਾ ਬਰਾਊਨ ਯੂਨੀਵਰਸਿਟੀ ਜਿਹੜੇ ਕਾਲਜ ਤੇ ਮੈਡੀਕਲ ਸਕੂਲ ਆ ਉਸ ਦੀ ਗ੍ਰੈਜੂਏਟ ਆ, ਤੇ ਬਹੁਤ ਹੀ ਉਸ ਦਾ ਸ਼ਾਨਦਾਰ ਕਰੀਅਰ ਰਿਹਾ ਆ ਡਾਕਟਰ ਆਫ ਮੈਡੀਸਨ ਦੇ ਤੌਰ ਦੇ ਉੱਤੇ US ਦੀ ਮਿਲਟਰੀ 'ਚ। ਤੇ ਕਹਿੰਦੇ ਵੀ ਉਹਨਾਂ ਦੇ ਪਹਿਲੇ ਕਾਰਜਕਾਲ ਦੇ ਵਿੱਚ ਡਿਪਟੀ ਸਰਜਨ ਜਨਰਲ ਦੇ ਤੌਰ ਦੇ ਉੱਤੇ ਵੀ ਉਹਨਾਂ ਨੇ ਭੂਮਿਕਾ ਨਿਭਾਈ ਆ। ਸ਼ੀ ਇਜ਼ ਅ ਸਟਾਰ। ਇਹ ਟਰੰਪ ਹੁਣਾਂ ਨੇ ਜਿਹੜਾ ਉਹ ਪੋਸਟ ਕੀਤਾ ਆ। ਜਦੋਂ ਦੇ ਰਾਸ਼ਟਰਪਤੀ ਟਰੰਪ ਹੁਣਾਂ ਦੀ ਦੂਸਰੀ ਟਰਮ ਸ਼ੁਰੂ ਹੋਈ ਆ, ਸਿਰਫ 1 ਮਹੀਨਾ ਛੱਡ ਦਈਏ ਤਾਂ ਕਹਿੰਦੇ ਵੀ CDC ਦਾ ਕੋਈ ਮੇਨ ਡਾਇਰੈਕਟਰ ਜਿਹੜਾ ਉਹ ਨਹੀਂ ਰਿਹਾ। ਕਾਰਜਕਾਰੀਆਂ ਦੇ ਨਾਲ ਹੀ ਉਹਨਾਂ ਨੂੰ ਜਿਹੜਾ ਆ ਉਹ ਕੰਮ ਚਲਾਉਣਾ ਜਿਹੜਾ ਉਹ ਪਿਆ ਆ। ਇਸ ਦੇ ਨਾਲ ਰਾਸ਼ਟਰਪਤੀ ਟਰੰਪ ਹੁਣਾਂ ਨੇ 3 ਹੋਰ ਜਿਹੜੇ ਐਗਜ਼ੈਕਟਿਵ ਅਪਾਇੰਟਮੈਂਟਸ ਆ, ਸ਼ੌਨ ਸਲੋਵੈਂਸਕੀ, ਇਹ ਸਾਬਕਾ ਵਾਲਮਾਰਟ ਦੇ ਐਗਜ਼ੈਕਟਿਵ ਨੇ, ਉਹਨਾਂ ਨੂੰ CDC ਦੇ ਡਿਪਟੀ ਡਾਇਰੈਕਟਰ ਦੇ ਤੌਰ ਦੇ ਉੱਤੇ, ਤੇ ਡਾਕਟਰ ਜੈਨੀਫਰ ਸ਼ਿਫੋਰਡ ਟੈਕਸਸ ਹੈਲਥ ਦੇ ਕਮਿਸ਼ਨਰ ਆ, ਉਹਨਾਂ ਨੂੰ ਚੀਫ ਆਪਰੇਟਿੰਗ ਆਫਿਸਰ ਦੇ ਉੱਤੇ ਨਾਮਜ਼ਦ ਕੀਤਾ ਆ। ਤੇ ਇਹ ਵੀ ਡਿਪਟੀ ਡਾਇਰੈਕਟਰ ਹੋਣਗੇ। ਤੇ ਚੀਫ ਮੈਡੀਕਲ ਆਫਿਸਰ ਡਾਕਟਰ ਸਾਰਾ ਬ੍ਰੈਨਰ, ਇਹਨਾਂ ਨੂੰ ਜਿਹੜਾ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਟੌਪ ਡਿਪਟੀ ਦੇ ਤੌਰ ਦੇ ਉੱਤੇ ਜਿਹੜਾ ਉਹ ਨਾਮਜ਼ਦ ਜਿਹੜਾ ਉਹ ਕੀਤਾ ਹੈਗਾ ਆ। ਸੋ CDC ਦੇ ਡਾਇਰੈਕਟਰ ਦੇ ਰੋਲ ਦੇ ਵਿੱਚ ਜਿਹੜੇ ਸੈਨੇਟ ਦੀ ਅਪਰੂਵਲ ਦੀ ਜ਼ਰੂਰਤ ਜਿਹੜੀ ਉਹ ਪਵੇਗੀ। ਇਸ ਟਾਈਮ ਡਾਕਟਰ ਜੇ ਭੱਟਾਚਾਰੀਆ, ਉਹ ਜਿਹੜੇ ਐਕਟਿੰਗ ਡਾਇਰੈਕਟਰ ਦੇ ਤੌਰ ਦੇ ਉੱਤੇ CDC ਦੇ ਭੂਮਿਕਾ ਜਿਹੜੀ ਉਹ ਨਿਭਾ ਰਹੇ ਹੈਗੇ ਆ। ਉਹ ਨਾਲ ਦੇ ਨਾਲ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਵੀ ਡਾਇਰੈਕਟਰ ਜਿਹੜੇ ਉਹ ਹੈਗੇ ਨੇ। ਸੋ ਡਾਕਟਰ ਐਰਿਕਾ ਸ਼ਵਾਰਟਸ ਜੇ ਕਨਫਰਮ ਹੁੰਦੇ ਆ ਤਾਂ ਇਹ ਰੋਬਰਟ F ਕੈਨੇਡੀ ਜੂਨੀਅਰ ਜਿਹੜੇ ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਸਕੱਤਰ ਆ, ਉਹਨਾਂ ਦੇ ਅੰਡਰ ਜਿਹੜਾ ਕੰਮ ਕਰਨਗੇ ਤੇ CDC ਇਹਨਾਂ ਦੇ ਅੰਡਰ ਜਿਹੜੀ ਉਹ ਚੱਲੇਗੀ। ਇਹ ਰਿਟਾਇਰਡ ਰੀਅਰ ਐਡਮਿਰਲ ਬੋਰਡ ਸਰਟੀਫਾਈਡ ਪ੍ਰੀਵੈਂਟਿਵ ਮੈਡੀਸਨ ਫਿਜ਼ੀਸ਼ੀਅਨ ਦੇ ਤੌਰ ਦੇ ਉੱਤੇ ਆਲਰੇਡੀ ਮੈਡੀਕਲ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਕੈਲੀਫੋਰਨੀਆ ਦੇ ਬੇ ਏਰੀਏ ਦੇ ਸ਼ਹਿਰ ਸੈਨ ਪਬਲੋ 'ਚ ਇੱਕ ਅਜੀਬ ਘਟਨਾ ਵਾਪਰੀ, ਜਿੱਥੇ ਇੱਕ ਡੰਪ ਟਰੱਕ ਨੇ ਜਿੱਥੋਂ ਡੰਪ ਚੱਕਿਆ ਇੱਕ ਪ੍ਰਾਪਰਟੀ ਓਨਰ ਤੋਂ, ਤੇ ਉਸਨੇ ਉਹਨੂੰ ਜਿਹੜਾ $700 ਦੇਣ ਤੋਂ ਜਿਹੜੀ ਨਾ ਕਰ ਦਿੱਤੀ, ਤੇ ਸਿਰਫ ਜਿਹੜਾ $2 ਕਹਿੰਦੇ ਦੇ ਕੇ ਤੇ ਇੱਕ ਹੱਸਣ ਵਾਲਾ ਜਿਹੜਾ ਆ ਮੇਮ ਜਿਹਾ ਬਣਾ ਕੇ ਉਹਨੂੰ ਭੇਜ ਦਿੱਤਾ। ਸੋ ਜਿਹੜਾ ਡੰਪ ਟਰੱਕ ਓਨਰ ਸੀਗਾ ਮਾਰਟਿਨ ਪਰੇਜ਼, ਉਹ ਇੰਨਾ ਜ਼ਿਆਦਾ ਔਖਾ ਹੋਇਆ, ਉਹਨ ਪੂਰੇ ਦਾ ਪੂਰਾ ਜਿਹੜਾ ਡੰਪ ਟਰੱਕ ਸੀ ਉਹ ਉਹਦੇ ਘਰ ਦੇ ਮੂਹਰੇ ਆ ਕੇ ਮੁੜ ਕੇ ਫੇਰ ਸਿੱਟ ਦਿੱਤਾ। ਤੇ ਉਹ ਤੋਂ ਬਾਅਦ ਪੁਲਿਸ ਨੂੰ ਕੰਟੈਕਟ ਕੀਤਾ ਗਿਆ। ਪੁਲਿਸ ਵਾਲੇ ਕਹਿੰਦੇ ਵੀ ਅਸੀਂ ਇਹਦੇ 'ਚ ਕੁਛ ਨਹੀਂ ਕਰ ਸਕਦੇ। ਹੁਣ ਜਿਹੜੀ ਸਿਟੀ ਆ ਉਹ ਵਾਇਲੇਸ਼ਨ ਦਊਗੀ ਵੀ ਇੱਥੇ ਡੰਪ ਪਿਆ ਹੈਗਾ ਘਰ ਦੇ ਸਾਹਮਣੇ, ਤੇ ਆਲੇ ਦੁਆਲੇ ਦੇ ਜਿਹੜੇ ਨੇਬਰ ਆ ਉਹ ਵੀ ਜਿਹੜੇ ਕਾਫੀ ਜ਼ਿਆਦਾ ਔਖੇ ਹੋ ਰਹੇ ਹੈਗੇ ਆ। ਹਰਜੋਤ ਸਿੰਘ ਜੀ, ਸਬਕ ਇਹੋ ਜਿਹੇ ਲੋਕਾਂ ਨੂੰ ਆਉਂਦਾ ਨਹੀਂ ਉਦਾਂ। ਇਹ ਤਾਂ ਹੁਣ ਕੀ ਕਰੇ ਵੀ ਹੁਣ ਅਗਲੇ ਦੇ ਪੈਸੇ ਮਾਰੀ ਜਾਂਦਾ ਤੂੰ, ਤੇ ਫਿਰ ਅਗਲੇ ਨੇ ਡੰਪ ਗੰਦ ਤੁਹਾਡੇ ਮੂਹਰੇ ਹੀ ਜਿਹੜਾ ਘਰ ਦੇ ਮੂਹਰੇ ਸੁੱਟਣਾ ਆ, ਫਿਰ ਰੋਣਾ ਆ ਵੀ ਹਾਏ ਹਾਏ ਮੇਰੇ ਨਾਲ ਧੱਕਾ, ਤੇਰੇ ਨਾਲ ਨਹੀਂ ਧੱਕਾ ਹੋਇਆ, ਤੂੰ ਲੋਕਾਂ ਨਾਲ ਧੱਕਾ ਕੀਤਾ ਤਾਂ ਅਗਲਿਆਂ ਨੇ ਗੁੱਸੇ 'ਚ ਆ ਕੇ ਇਹ ਕੰਮ ਜਿਹੜਾ ਉਹ ਕੀਤਾ ਹੈਗਾ। ਲਾਸ ਐਂਜਲਸ ਤੋਂ ਅਗਲੀ ਖਬਰ ਆ ਰਹੀ ਹੈ। ਇੱਕ ਸਿੰਗਰ ਡੇਵਿਡ ਨਾਂ ਦਾ ਬੰਦਾ ਆ, ਟੀਨੇਜ ਗਰਲ ਦੀ ਜਿਹੜੀ ਲਾਸ਼ ਆ ਇੱਕ ਗੱਡੀ 'ਚੋਂ ਬਰਾਮਦ ਹੋਈ ਸੀ। ਉਸ ਬਾਬਤ ਇਸ ਦਾ ਨਾਮ ਜਿਹੜਾ ਆ ਉਹ ਆ ਰਿਹਾ ਸੀਗਾ, ਤੇ ਕਹਿੰਦੇ ਵੀ ਉਸ ਦੀ ਗਲੀ ਸੜੀ ਜਿਹੜੀ ਲਾਸ਼ ਆ
ਟੈਸਲਾ ਗੱਡੀ ਦੇ ਟਰੰਕ ਦੇ ਵਿੱਚੋਂ ਮਿਲੀ ਸੀ, ਜਿਹੜੀ ਗੱਡੀ ਇਸ ਦੇ ਨਾਮ ਦੇ ਨਾਲ ਰਜਿਸਟਰਡ ਸੀਗੀ। ਅੱਜ ਉਸ ਨੂੰ ਕਹਿੰਦੇ ਵੀ ਗ੍ਰਿਫਤਾਰ ਕਰ ਲਿਆ ਗਿਆ ਆ। ਇਸ ਦਾ ਲੀਗਲ ਨਾਮ ਡੇਵਿਡ ਬਰਕ ਆ ਤੇ ਇਸ ਨੂੰ ਵਿਦਆਊਟ ਬੇਲ ਹਾਲ ਦੀ ਘੜੀ ਰੱਖਿਆ ਗਿਆ ਆ। ਸਤੰਬਰ 2025 ਦੇ ਵਿੱਚ 14 ਸਾਲਾ ਸੈਲੇਸਟ ਰਿਵਾਜ਼ ਹਰਨਾਂਡez ਉਸ ਦੀ ਜਿਹੜੀ ਗੱਲ ਰਹੀ ਜਿਹੜੀ ਬੋਡੀ ਆ ਉਹ ਟੈਸਲਾ ਦੇ ਟਰੰਕ ਦੇ ਵਿੱਚ ਲੱਭੀ ਸੀਗੀ ਤੇ ਉਸ ਨੂੰ ਫਿਰ ਇੰਪਾਊਂਡ ਕਰ ਲਿਆ ਗਿਆ ਸੀਗਾ। ਸੋ ਕਹਿੰਦੇ ਵੀ ਅਰੈਸਟ ਐਵੀਡੈਂਸ ਤੇ ਪ੍ਰੋਬੇਬਲ ਕਾਜ਼ ਦੇ ਆਧਾਰ ਦੇ ਉੱਤੇ ਕੀਤੀ ਜਿਹੜੀ ਉਹ ਗਈ ਆ। ਹਾਲ ਦੀ ਘੜੀ ਕੋਈ ਇੰਡਾਈਟਮੈਂਟ ਤਾਂ ਜਿਹੜੀ ਉਹ ਨਹੀਂ ਆ। ਸੋ ਕਹਿੰਦੇ ਵੀ ਇਹ ਕੇਸ LA ਪੁਲਿਸ ਜਿਹੜਾ ਡਿਸਟ੍ਰਿਕਟ ਅਟਾਰਨੀ ਆਫਿਸ ਦੇ ਵਿੱਚ ਆਉਂਦੇ ਸੋਮਵਾਰ ਨੂੰ ਫਾਈਲ ਜਿਹੜਾ ਉਹ ਕਰਨ ਜਾ ਰਿਹਾ ਆ। ਪਰ ਜਿਹੜਾ ਸਿੰਗਰ ਡੇਵਿਡ ਬਰਕ ਆ ਉਸ ਨੂੰ ਇਸ 14 ਸਾਲਾਂ ਕੁੜੀ ਦੇ ਕਥਿਤ ਮਰਡਰ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਆ। ਕੈਲੀਫੋਰਨੀਆ ਦੀ ਹਿਸਟਰੀ 'ਚ ਗਵਰਨਰ ਦੀ ਜਿਹੜੀ ਇਲੈਕਸ਼ਨ ਆ ਕਹਿੰਦੇ ਸਭ ਤੋਂ ਜ਼ਿਆਦਾ ਐਕਸਪੈਂਸਿਵ ਹੋਊਗੀ। ਟੌਮ ਸਟੇਅਰ ਕਹਿੰਦੇ ਵੀ ਵਨ ਆਫ ਦਾ ਮੋਸਟ ਐਕਸਪੈਂਸਿਵ ਕੈਂਪੇਨ ਅਮਰੀਕਾ ਦੇ ਵਿੱਚ ਚਲਾ ਰਿਹਾ ਆ ਤੇ ਜਿਹਦੇ ਕਰਕੇ ਉਹ ਗਵਰਨਰ ਬਣ ਵੀ ਸਕਦੇ ਹੈਗੇ ਆ। $340 ਮਿਲੀਅਨ ਟੌਮ ਸਟੇਅਰ ਨੇ 2020 ਦੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਸਪੈਂਡ ਕੀਤੇ ਸੀਗੇ ਤੇ ਕਹਿੰਦੇ ਵੀ ਹੁਣ $120 ਮਿਲੀਅਨ ਤੱਕ ਉਹ ਜਿਹੜਾ ਐਡਵਰਟਾਈਜ਼ਮੈਂਟ ਦੇ ਉੱਤੇ ਖਰਚ ਕਰ ਰਿਹਾ ਹੈਗਾ ਆ। ਜਦੋਂ ਪਿਛਲੀ ਵਾਰੀ ਗਵਰਨਰ ਗੈਬਨ ਨਿਊਸਮ 2018 ਚ ਬਣਿਆ ਸੀ ਤਾਂ $33 ਮਿਲੀਅਨ ਉਹਨਾਂ ਨੇ ਸਪੈਂਡ ਕੀਤੇ ਸੀ। ਸੋ ਉਹ ਤੋਂ 4 ਟਾਈਮ ਜ਼ਿਆਦਾ ਜਿਹੜਾ ਆ ਟੌਮ ਸਟੇਅਰ ਜੋ ਆ ਉਹ ਸਪੈਂਡ ਕਰਨ ਜਾ ਰਿਹਾ ਆ। ਐਰਿਕ ਸਵੈਲਵੈਲ ਦੇ ਉੱਤੇ ਸੈਕਸ਼ੂਅਲ ਜਿਹੜੇ ਅਸੌਲਟ ਦੇ ਐਲੀਗੇਸ਼ਨ ਲੱਗਣ ਤੋਂ ਬਾਅਦ ਟੌਮ ਸਟੇਅਰ ਦੀ ਜਿਹੜੀ ਪਾਪੂਲੇਸ਼ਨ ਉਹਦੀ ਜਿਹੜੀ ਪੋਪੂਲੈਰਿਟੀ ਆ ਉਹ ਕਾਫੀ ਜ਼ਿਆਦਾ ਵੱਧ ਗਈ ਹੈਗੀ ਆ। ਸੋ ਟੀਚਰਸ ਐਸੋਸੀਏਸ਼ਨ ਨੇ ਵੀ ਉਸ ਨੂੰ ਜਿਹੜਾ ਆ ਐਂਡੋਰਸ ਕਰ ਦਿੱਤਾ ਹੈਗਾ ਆ। ਇਸ ਤੋਂ ਬਿਨਾਂ CTA ਤੇ SEIU ਉਹ ਵੀ ਕੰਸੀਡਰ ਕਰ ਰਹੇ ਆ ਕਿ ਉਸ ਨੂੰ ਐਂਡੋਰਸ ਕੀਤਾ ਜਾਵੇ ਕਿਉਂਕਿ ਉਹਨਾਂ ਨੇ ਪਹਿਲਾਂ ਐਰਿਕ ਸਵੈਲਵੈਲ ਨੂੰ ਐਂਡੋਰਸ ਕੀਤਾ ਸੀਗਾ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ ਟਰੰਪ ਹੁਣਾਂ ਦਾ ਸਾਬਕਾ ਲਾਇਰ ਜੌਨ ਈਸਟਮੈਨ ਉਸ ਨੂੰ ਡਿਸਬਾਰ ਕਰ ਦਿੱਤਾ ਗਿਆ ਹੈਗਾ ਆ। ਕਹਿੰਦੇ ਵੀ 2020 ਇਲੈਕਸ਼ਨ ਸਕੀਮ ਦੇ ਬਾਬਤ ਜਿਹੜਾ ਉਹ ਦੱਸਿਆ ਗਿਆ ਆ। ਚੈਪਮੈਨ ਲਾ ਸਕੂਲ ਦਾ ਸਾਬਕਾ ਡੀਨ ਰਿਹਾ ਆ ਤੇ ਇਸ ਦਾ ਅੱਜ ਲਾਅ ਲਾਇਸੈਂਸ ਆ ਇਸ ਦੇ ਹੱਥੋਂ ਜਿਹੜਾ ਉਹ ਖੁੱਸ ਗਿਆ ਆ। ਪ੍ਰੈਜ਼ੀਡੈਂਟ ਟਰੰਪ ਹੁਣਾਂ ਨੇ ਕਹਿੰਦੇ ਕਥਿਤ ਤੌਰ ਦੇ ਉੱਤੇ ਜਦੋਂ 2020 ਦੇ ਇਲੈਕਸ਼ਨ ਦੇ ਨਤੀਜੇ ਜਾਰਜੀਆ ਦੇ ਵਿੱਚ ਪਲਟਣ ਦੀ ਕੋਸ਼ਿਸ਼ ਕੀਤੀ ਸੀ ਉਸ ਦੇ ਮਾਮਲੇ ਦੇ ਵਿੱਚ ਸਟੇਟ ਬਾਰ ਕੋਰਟ ਦੀ ਹੀਅਰਿੰਗ ਤੇ ਰਿਵਿਊ ਡਿਪਾਰਟਮੈਂਟ ਦੇ ਵਿੱਚ ਕਹਿੰਦੇ ਪ੍ਰੋਸੀਡਿੰਗਸ ਕਾਫੀਆਂ ਲੰਮੀਆਂ ਚੌੜੀਆਂ ਜਿਹੜੀਆਂ ਉਹ ਚੱਲੀਆਂ, ਜਿਸ ਤੋਂ ਬਾਅਦ ਦੇ ਵਿੱਚ ਇਹ ਪਾਇਆ ਗਿਆ ਵੀ ਜਿਹੜਾ ਮਿਸਟਰ ਈਸਟਮੈਨ ਆ ਇਸ ਨੇ ਕਾਫੀ ਜਿਹੜੀਆਂ ਸੰਗੀਨ ਐਥੀਕਲ ਵਾਇਲੇਸ਼ਨਸ ਕੀਤੀਆਂ ਆ ਤੇ ਕੋਰਟ ਦੇ ਦੁਆਰਾ ਹੁਣ ਇਹ ਜਿਹੜਾ ਡਿਸਿਪਲਿਨ ਆ ਉਹ ਜ਼ਰੂਰੀ ਸੀਗਾ। ਇਸ ਕਰਕੇ ਇਸ ਦਾ ਲਾਅ ਦਾ ਲਾਇਸੈਂਸ ਆ ਉਸ ਨੂੰ ਰੱਦ ਕਰ ਦਿੱਤਾ ਗਿਆ ਆ। ਸਟੇਟ ਬਾਰ ਚੀਫ ਟ੍ਰਾਇਲ ਕਾਉਂਸਲ ਜਾਰਜ ਕਾਰਡੋਨਾ ਉਹਨਾਂ ਨੇ ਇਸ ਦੇ ਵਿੱਚ ਇਹ ਜਾਣਕਾਰੀ ਦਿੱਤੀ ਆ। ਸਟੇਟ ਬਾਰ ਤੋਂ 2 ਸਾਲ ਦੇ ਲਈ ਜਿਹੜਾ ਇਸ ਨੂੰ ਡਿਸਬਾਰ ਕੀਤਾ ਗਿਆ ਆ। ਇਸ ਤੋਂ ਇਲਾਵਾ 10 ਜਿਹੜੇ ਡਿਸਪਲਿਨਰੀ ਚਾਰजेस ਆ ਉਸ ਦੇ ਵਿੱਚ ਇਸ ਨੂੰ ਇੱਕ ਹਿਸਾਬ ਦੇ ਨਾਲ ਦੋਸ਼ੀ ਪਾਇਆ ਗਿਆ ਆ, ਜਿਸ ਦੇ ਵਿੱਚ ਇਹਨੇ ਜਿਹੜਾ ਮਿਸਕੰਡਕਟ ਕੀਤਾ ਗਿਆ ਸੀਗਾ ਜਾਰਜੀਆ ਇਲੈਕਸ਼ਨ ਦੇ ਨਤੀਜਿਆਂ ਨੂੰ ਪਲਟਣ ਦੇ ਲਈ ਉਹ ਵੀ ਜਿਹੜੇ ਉਹ ਸ਼ਾਮਲ ਹੈਗੇ ਆ। ਸੋ ਈਸਟਮੈਨ ਰਾਸ਼ਟਰਪਤੀ ਟਰੰਪ ਖੁਦ ਤੇ 17 ਹੋਰ ਜਾਣੇ ਇੱਕ ਇੰਡਾਈਟਮੈਂਟ ਦੇ ਵਿੱਚ ਜਾਰਜੀਆ ਰੀਕੋ ਐਕਟ ਦੀ ਵਾਇਲੇਸ਼ਨ ਦੇ ਤੌਰ ਦੇ ਉੱਤੇ ਉਹਨਾਂ ਨੂੰ ਇੰਡਾਈਟ ਉਦੋਂ ਕੀਤਾ ਗਿਆ ਸੀਗਾ। ਖਬਰਾਂ ਦਾ ਸਮਾਂ ਸਮਾਪਤੀ ਵਾਲਾ। ਇੱਕ ਵਾਰੀ ਫੇਰ ਸਾਰੇ ਜਿੰਨੇ ਸਾਡੇ ਸਰੋਤੇ ਸੁਣ ਰਹੇ ਹੈਗੇ ਆ ਸ਼ਨੀਚਰਵਾਰ ਨੂੰ ਜਾਣੀ ਕਿ 18 ਤਰੀਕ ਨੂੰ ਅਪ੍ਰੈਲ ਨੂੰ ਵਿਸਾਖੀ ਬਹੁਤ ਵੱਡੇ ਪੱਧਰ ਤੇ ਕੈਲੀਫੋਰਨੀਆ ਦੀ ਕੈਪੀਟਲ ਵਿਖੇ ਮਨਾਈ ਜਾ ਰਹੀ ਆ। ਅੱਜ ਤੁਸੀਂ ਸ਼ੋਅ ਦੇ ਵਿੱਚ ਬਹੁਤ ਸਾਰੇ ਜਿਹੜੇ ਪ੍ਰਬੰਧਕ ਆ ਉਹਨਾਂ ਦੇ ਵਿਚਾਰ ਵੀ ਸੁਣੇ ਸੀ। ਸੋ ਸ਼ਨੀਚਰਵਾਰ ਨੂੰ 10 ਵਜੇ ਤੋਂ ਲੈ ਕੇ 2 ਵਜੇ ਤੱਕ ਵਿਸਾਖੀ ਜੋ ਆ ਕੈਲੀਫੋਰਨੀਆ ਦੀ ਕੈਪੀਟਲ ਬਿਲਡਿੰਗ ਸੈਕਰਾਮੈਂਟੋ ਚ ਉਹਦੇ ਸਾਹਮਣੇ ਮਨਾਈ ਜਾਣੀ ਆ ਤੇ ਜਿਹੜੇ ਸਰੋਤੇ ਆ ਉੱਥੇ ਵੀ ਪਾਰਕਿੰਗ ਮਿਲ ਜਾਂਦੀ ਵੀਕਐਂਡ ਤੇ, ਪਰ ਜਿਨ੍ਹਾਂ ਨੂੰ ਪ੍ਰੋਬਲਮ ਲੱਗਦੀ ਆ ਉਹ ਵੈਸਟ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਪਹੁੰਚ ਸਕਦੇ ਆ। ਉੱਥੋਂ ਬੱਸਾਂ ਲੱਗਣੀਆਂ ਆ ਤੇ ਕਿਉਂਕਿ ਉਹਨਾਂ ਕੋਲ ਸਕੂਲ ਦੀਆਂ ਬੱਸਾਂ ਹੈਗੀਆਂ ਸੋ ਉਹ ਬੱਸਾਂ ਦੇ ਵਿੱਚ ਸੰਗਤਾਂ ਨੂੰ ਉੱਥੇ ਪਹੁੰਚਾਇਆ ਜਾਊਗਾ। ਸੋ ਵੱਧ ਤੋਂ ਵੱਧ ਆਪਣੇ ਪਰਿਵਾਰਾਂ ਸਮੇਤ ਜੋ ਇਸ ਸ਼ਨੀਚਰਵਾਰ ਨੂੰ ਸੈਕਰਾਮੈਂਟੋ ਪਹੁੰਚੋ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ ਰਹੇ ਆ, ਪਾਕਿਸਤਾਨ ਦੇ 279 ਰੁਪਏ ਤੇ 30 ਪੈਸੇ, ਇੰਡੀਆ ਦੇ 93 ਰੁਪਏ ਤੇ 5 ਪੈਸੇ। ਜੀ ਤੇ ਮਾਰਕੀਟਸ ਦੇ ਵਿੱਚ ਜੇ ਆਪਾਂ ਹਰਜੋਤ ਸਿੰਘ ਜੀ ਅੱਜ ਨਜ਼ਰ ਮਾਰਦੇ ਜਾਈਏ
ਤਾਂ ਡਾਓ ਜੋਨ ਅੱਜ 115 ਪੁਆਇੰਟ ਵੱਧ ਕੇ 48,579 ਦੇ ਉੱਤੇ, S&P 18 ਪੁਆਇੰਟ ਵੱਧ ਕੇ 7,041, ਨੈਸਡੈਕ 87 ਪੁਆਇੰਟ ਵੱਧ ਕੇ 24,103 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ 4800 ਤੇ $17 ਪ੍ਰਤੀ ਟਰਾਈ ਆਉਂਸ। ਕੱਚੇ ਤੇਲ ਦੀ ਕੀਮਤ $93 ਪ੍ਰਤੀ ਬੈਰਲ। 10 ਈਅਰ ਯੀਲਡ 4.31% ਰਹੀ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 74,988 ਤੇ ਅਥੀਰੀਅਮ 2300 ਤੇ $47 ਦੇ ਬਰਾਬਰ ਚੱਲ ਰਿਹਾ ਹੈ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਮੀਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।